ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪੰਜਾਬੀ ਐਜੂਕੇਸ਼ਨ ਚੈਨਲ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਜੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ, ਨਾਲ ਹੀ ਬੈਲ ਆਈਕਨ ਦਬਾ ਲਓ ਤਾਂ ਜੋ ਕੋਈ ਵੀ ਨਵੀਂ ਵੀਡੀਓ ਅਪਲੋਡ ਕਰਾਂ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਤੇ ਅੱਜ ਆਪਾਂ ਕਰਾਂਗੇ ਨਾਟਕਕਾਰ ਚਰਨਦਾਸ ਸਿੱਧੂ, ਉਹਨਾਂ ਦੇ ਜੀਵਨ ਬਾਰੇ ਤੇ ਉਹਨਾਂ ਦੀਆਂ ਰਚਨਾਵਾਂ ਦੇ ਬਾਰੇ ਜਿਹੜੀਆਂ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਨੇ, ਉਹ ਅੱਜ ਆਪਾਂ ਕਰਦੇ ਹਾਂ। ਡਾਕਟਰ ਚਰਨਦਾਸ ਸਿੱਧੂ ਦਾ ਜਨਮ ਹੋਇਆ ਸੀ 22 ਮਾਰਚ 1938 ਨੂੰ ਪਿੰਡ ਭਾਮ, ਜ਼ਿਲ੍ਹਾ ਹੁਸ਼ਿਆਰਪੁਰ। ਕਿਸੇ ਵੀ ਰਾਈਟਰ ਦਾ ਜੇ ਤੁਹਾਨੂੰ ਪਿੰਡ ਨਹੀਂ ਵੀ ਯਾਦ ਰਹਿੰਦਾ ਤਾਂ ਕੋਈ ਗੱਲ ਨਹੀਂ, ਪਰ ਤੁਸੀਂ ਉਹਨਾਂ ਦਾ ਜ਼ਿਲ੍ਹਾ ਜ਼ਰੂਰ ਯਾਦ ਰੱਖਿਆ ਕਰੋ ਜਿੱਥੇ ਵੀ ਉਹਨਾਂ ਦਾ ਜਨਮ ਹੋਇਆ ਹੁੰਦਾ ਹੈ। ਤੇ ਉਹਨਾਂ ਦਾ ਜਨਮ 1938 ਨੂੰ ਹੋਇਆ ਸੀ ਤੇ ਉਹਨਾਂ ਦੀ ਮੌਤ ਹੋਈ ਸੀ ਡਾਕਟਰ ਚਰਨਦਾਸ ਸਿੱਧੂ ਦੀ 2013 ਦੇ ਵਿੱਚ। ਉਸ ਤੋਂ ਬਾਅਦ ਸਕੂਲ ਅਤੇ ਕਾਲਜ ਦੀ ਪੜ੍ਹਾਈ ਉਹਨਾਂ ਨੇ ਹੁਸ਼ਿਆਰਪੁਰ ਤੋਂ ਕੀਤੀ। ਪੋਸਟ ਗ੍ਰੈਜੂਏਸ਼ਨ ਲਈ ਉਹ ਰਾਮਜਸ ਕਾਲਜ ਦਿੱਲੀ ਚਲੇ ਗਏ ਤੇ ਉੱਥੋਂ ਉਹਨਾਂ ਨੇ ਅੰਗਰੇਜ਼ੀ ਸਾਹਿਤ ਦੇ ਵਿੱਚ MA ਕੀਤੀ ਸੀ। 22 ਸਾਲ ਦੀ ਉਮਰ ਵਿੱਚ ਉਸ ਨੂੰ ਦਿੱਲੀ ਦੇ ਹੰਸ ਰਾਜ ਕਾਲਜ ਵਿੱਚ ਅੰਗਰੇਜ਼ੀ ਅਧਿਆਪਕ ਦੀ ਨੌਕਰੀ ਦੀ ਆਫਰ ਮਿਲ ਗਈ, ਪਰ ਉਹ ਹੋਰ ਪੜ੍ਹਨਾ ਚਾਹੁੰਦੇ ਸੀ, ਇਸ ਲਈ ਉਹ ਅਮਰੀਕਾ ਚਲੇ ਗਏ ਤੇ ਉੱਥੇ ਹੀ ਉਹਨਾਂ ਨੇ ਵਿਸਕੌਨਸ ਤੋਂ 3 ਸਾਲ ਵਿੱਚ ਉਸਨੇ ਡਾਕਟਰੇਟ ਪੂਰੀ ਕੀਤੀ ਤੇ ਜੁਲਾਈ 1970 ਵਿੱਚ ਅਮਰੀਕਾ ਤੋਂ ਵਾਪਸ ਆ ਗਏ। 45 ਦਿਨ ਦੇ ਯੂਰਪ ਦੇ ਮਹਾਨ ਨਾਟਕਕਾਰਾਂ ਦੇ ਥੀਏਟਰ ਨੂੰ ਦੇਖਦਾ ਰਿਹਾ ਤੇ ਖੁਦ ਨਾਟਕਕਾਰ ਬਣਨ ਦਾ ਫੈਸਲਾ ਕੀਤਾ ਤੇ ਵਾਪਸ ਆ ਕੇ ਉਹ ਦਿੱਲੀ ਦੇ ਵਿੱਚ ਅਧਿਆਪਕ ਲੱਗ ਗਏ ਸੀ। ਮਤਲਬ ਜਿਹੜੀ ਉਹਨਾਂ ਨੂੰ ਨਾਟਕਕਾਰ ਬਣਨ ਦਾ ਉਹਨਾਂ ਵਿੱਚ ਜਨੂੰਨ ਪੈਦਾ ਹੋਇਆ ਸੀ, ਉਹ ਕੀ ਸੀ? ਯੂਰਪ ਦੇ ਨਾਟਕਾਂ ਵੱਲ ਦੇਖ ਕੇ ਪੈਦਾ ਹੋਇਆ। ਉਸ ਤੋਂ ਅੱਗੇ ਉਹਨਾਂ ਦੀਆਂ ਰਚਨਾਵਾਂ। ਡਾਕਟਰ ਚਰਨਦਾਸ ਸਿੱਧੂ ਨੇ ਇੰਦੂਮਤੀ ਸੱਤਿਆਦੇਵ ਨਾਟਕ ਲਿਖਿਆ, ਸਵਾਮੀ ਜੀ, ਭਜਨੋ, ਲੇਖੂ ਕਰੇ ਕਵੱਲੀਆਂ, ਬਾਬਾ ਬੰਤੂ, ਅੰਬੀਆਂ ਨੂੰ ਤਰਸੇਂਗੀ, ਕੱਲ ਕਾਲਜ ਬੰਦ ਰਵੇਗਾ, ਪੰਜ ਖੂਹ ਵਾਲੇ, ਬਾਤ ਫੱਤੂ ਝੀਰਦੀ, ਮਸਤ ਮੋਗੇ ਵਾਲੀਆ, ਭਾਈਆ ਹਾਕਮ ਸਿਉ, ਸ਼੍ਰੀਪਦ ਰੇਖਾ ਗ੍ਰੰਥ, ਸ਼ੈਕਸਪੀਅਰ ਦੀ ਧੀ, ਅਮਾਨਤ ਦੀ ਲਾਠੀ, ਜੀਤਾ ਫਾਹੇ ਲੱਗਣਾ, ਕਿਰਪਾ ਮੌਨਾ, ਨੀਨਾ ਮਹਾਵੀਰ, ਮੰਗੂ ਤੇ ਬਿੱਕਰ, ਪ੍ਰੇਮ ਪਿਕਾਸੋ, ਚੰਨੋ ਬਾਜੀਗਰਨੀ, ਇੱਕਵੀਂ ਮੰਜ਼ਲ, ਏਕਲਵਿਆ ਬੋਲਿਆ, ਬੱਬੀ ਗਈ ਕੋ ਕਾਫ, ਕਿੱਸਾ ਪੰਡਤ ਕਾਲੂ ਕੁਮਾਰ, ਭਾਗਾਂ ਵਾਲਾ ਪੋਤਰਾ, ਇਨਕਲਾਬੀ ਪੁੱਤਰ, ਨਾਸਤਕ ਸ਼ਹੀਦ, ਪੂਨਮ ਦੇ ਬਿਛੂਏ, ਸ਼ਸਤਰੀ ਦੀਵਾਲੀ, ਪਹਾੜਨ ਦਾ ਪੁੱਤ, ਪੰਜ ਪੰਡਾਂ ਇੱਕ ਪੁੱਤ ਸਿਰ, ਬਾਬਲ ਮੇਰਾ ਡੋਲਾ ਅੜਿਆ, ਵਤਨਾਂ ਵੱਲ ਫੇਰਾ, ਗਾਲਿਬ ਏ ਆਜ਼ਮ, ਸੁਥਰਾ ਗਾਉਂਦਾ ਰਿਹਾ, ਸਿਕੰਦਰ ਦੀ ਜਿੱਤ, ਮੇਰਾ ਨਾਟਕੀ ਸਫ਼ਰ, ਪੰਜ ਖੂਹ ਵਾਲੇ, ਸਿਕੰਦਰ ਦੀ ਜਿੱਤ, ਅਮਾਨਤ ਦੀ ਲਾਠੀ, ਨਾਟਕ ਭਗਤ ਸ਼ਹੀਦ ਸਿੰਘ, ਤਿੰਨ ਡਰਾਮੇ। ਇਹ ਸਾਰੇ ਨਾਟਕ ਕਹਿੰਦੇ ਆ ਡਾਕਟਰ ਚਰਨਦਾਸ ਸਿੱਧੂ ਦੇ। ਇਹਨਾਂ ਸਾਰਿਆਂ ਦੇ ਤੁਸੀਂ ਨਾਮ ਯਾਦ ਰੱਖ ਲਿਓ। ਤੇ ਇਹਨਾਂ ਨੂੰ ਯਾਦ ਕਿਵੇਂ ਰੱਖਣਾ, ਜਿਵੇਂ ਆਪਾਂ ਅੱਗੇ ਵੀ ਰਾਈਟਰ ਬਾਰੇ ਸਟੋਰੀ ਜੀ ਬਣਾ ਕੇ ਯਾਦ ਕੀਤਾ ਸੀ ਨਾ, ਉਸੇ ਤਰ੍ਹਾਂ ਇਹਦੇ ਵੀ ਮੈਂ ਤੁਹਾਨੂੰ ਕਰਵਾ ਦਿੰਦੀ ਹਾਂ, ਉਹ ਯਾਦ ਰੱਖ ਲਿਓ। ਪਹਿਲਾਂ ਇੰਦੂਮਤੀ ਸੱਤਿਆਦੇਵ ਸਵਾਮੀ ਜੀ ਨੂੰ ਪੁੱਛਦਾ ਹੈ, ਲੱਲੂ ਤਾਂ ਕਰੇ ਕਵੱਲੀਆਂ ਪਰ ਭਜਨੋ ਕਿੱਥੇ ਹੈ? ਤਾਂ ਬਾਬਾ ਬੰਤੂ ਦੱਸਦਾ ਹੈ ਕਿ ਜਦੋਂ ਜੀਤਾ ਫਾਹੇ ਲੱਗਦਾ ਹੈ ਤਾਂ ਚੰਨੋ ਬਾਜੀਗਰਨੀ ਜਿਹੜੀ ਹੈ ਨਾ, ਉਹ ਕਿਰਪਾ ਪਾਉਣਾ ਨੂੰ ਨਾਲ ਲੈ ਕੇ ਵਤਨਾਂ ਵੱਲ ਫੇਰਾ ਪਾਉਣ ਚਲੀ ਗਈ ਤੇ ਉੱਥੇ ਉਹ ਸ਼ੈਕਸਪੀਅਰ ਦੀ ਧੀ ਨੂੰ ਕਹਿੰਦੀ ਹੈ ਕਿ ਕੱਲ ਕਾਲਜ ਬੰਦ ਰਹੇਗਾ, ਇਸ ਲਈ ਉਹ ਅੰਬੀਆਂ ਨੂੰ ਤਰਸੇਗੀ, ਕਿਉਂਕਿ ਪੰਜ ਖੂਹ ਵਾਲੇ ਜਿਹੜੇ ਇਨਕਲਾਬੀ ਪੁੱਤਰ ਮੰਗੂ ਤੇ ਬਿੱਕਰ ਭਾਈਆ ਹਾਕਮ ਸਿਉ ਨਾਲ ਮਿਲ ਕੇ ਨਾਸਤਕ ਸ਼ਹੀਦਾਂ ਦੀ ਸ਼ਸਤਰੀ ਦੀਵਾਲੀ ਮਨਾਉਣਗੇ ਤੇ ਸ਼੍ਰੀਪਦ ਰੇਖਾ ਗ੍ਰੰਥ ਦੀ ਜਿਹੜੀ ਅਮਾਨਤ ਦੀ ਲਾਠੀ ਤੇ ਪੂਨਮ ਦੇ ਬਿਛੂਏ ਆ, ਉਹ ਪੰਜ ਪੰਡਾਂ 'ਚ ਬੰਨ੍ਹ ਕੇ ਭਗਤ ਸ਼ਹੀਦ ਸਿੰਘ ਦੀ ਤਿੱਕੜੀ 'ਚ ਤੋਲ ਕੇ ਪਹਾੜਨ ਦੇ ਪੁੱਤ ਤੇ ਭਾਗਾਂ ਵਾਲੇ ਪੋਤਰੇ ਨੂੰ ਦੇ ਕੇ ਮਸਤ ਮੋਗੇ ਵਾਲਿਆਂ ਕੋਲ ਚਲੇ ਜਾਣਗੇ, ਜਿੱਥੇ ਮੇਰੇ ਬਾਬਲ ਮੇਰਾ ਡੋਲਾ ਅੜਿਆ ਸੀ। ਇਹ ਯਾਦ ਰੱਖਣ ਦਾ ਢੰਗ ਆ।
ਇਹ ਨਾ ਦੇਖਿਓ ਕਿ ਇਹਦਾ ਮਤਲਬ ਇਹ ਬਣਦਾ ਜਾਂ ਨਹੀਂ ਬਣਦਾ, ਸਿਰਫ ਇਹ ਕੀ ਆ ਤੁਹਾਨੂੰ ਯਾਦ ਕਰਵਾਉਣ ਦਾ ਤਰੀਕਾ ਹੈ। ਇਸ ਤੋਂ ਅੱਗੇ ਸਨਮਾਨ ਡਾਕਟਰ ਚਰਨਦਾਸ ਸਿੱਧੂ ਨੂੰ ਭਗਤ ਸ਼ਹੀਦ ਸਿੰਘ ਨਾਟਕ ਤਿੱਕੜੀ ਲਈ ਚਰਨਦਾਸ ਸਿੱਧੂ ਨੂੰ 2003 ਦੇ ਵਿੱਚ ਕੀ ਆ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਇਸ ਤੋਂ ਅੱਗੇ ਆਪਾਂ ਉਹਨਾਂ ਦੀਆਂ ਰਚਨਾਵਾਂ ਦੇ ਵਿਸ਼ੇ ਕੀ ਸੀ ਉਸ ਬਾਰੇ ਗੱਲ ਕਰਦੇ ਹਾਂ। ਡਾਕਟਰ ਚਰਨਦਾਸ ਸਿੱਧੂ ਨਾਟਕ ਕਲਾ ਨੂੰ ਸਮਰਪਿਤ ਨਵੀਂ ਪੀੜ੍ਹੀ ਦੇ ਚਰਚਿਤ ਤਿੱਕੜੀ ਵਿੱਚੋਂ ਇੱਕ ਹੈ ਤੇ ਸੰਜੋਗਵਸ਼ ਸਿੱਧੂ ਵਾਂਗ, ਅਜਮੇਰ ਸਿੰਘ ਔਲਖ ਵਾਂਗ ਤੇ ਡਾਕਟਰ ਆਤਮਜੀਤ ਸਿੰਘ ਵਾਂਗ ਕਾਲਜ ਅਧਿਆਪਕ ਹਨ ਤੇ ਅਜਮੇਰ ਸਿੰਘ ਔਲਖ ਜਿਹੜਾ ਉਹ ਕੀ ਆ ਮਾਲਵੇ ਦੀ ਪੇਂਡੂ ਨਿਮਨ ਕਿਸਾਨੀ ਨਾਲ ਸੰਬੰਧਿਤ ਹੈ, ਠੀਕ ਹੈ। ਤੇ ਜਿਹੜਾ ਆਤਮਜੀਤ ਆ ਉਹ ਕੀ ਆ ਸ਼ਹਿਰੀ ਮੱਧ ਸ਼੍ਰੇਣੀ ਨਾਲ। ਜੋ ਵੀ ਇੰਪੋਰਟੈਂਟ ਹੈ ਨਾ ਮੈਂ ਅੰਡਰਲਾਈਨ ਕਰੀ ਜਾਂਦੀ ਹਾਂ, ਤੁਸੀਂ ਨੋਟ ਕਰ ਲਿਓ। ਤੇ ਜਿਹੜਾ ਡਾਕਟਰ ਚਰਨਦਾਸ ਸਿੱਧੂ ਆ ਉਹ ਕੀ ਆ ਫਿਰ ਬੇਜ਼ਮੀਨੇ, ਸੇਪੀ ਕਰਨ ਵਾਲੇ, ਅਣਗੌਲੇ ਕਥਿਤ ਛੋਟੀਆਂ ਜਾਤੀਆਂ ਦੀ ਸਮਾਜਿਕ ਤੌਰ 'ਤੇ ਤਿਸਕਾਰੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਸੰਬੰਧਿਤ ਵਿਸ਼ੇ ਆਪਣੇ ਨਾਟਕਾਂ ਵਿੱਚ ਪੇਸ਼ ਕਰਦਾ ਹੈ। ਇੱਕ ਤਾਂ ਅਜਮੇਰ ਸਿੰਘ ਔਲਖ ਦਾ ਯਾਦ ਰੱਖ ਲਓ, ਉਹ ਕੀ ਆ ਮਾਲਵੇ ਦੇ ਪੇਂਡੂ ਖੇਤਰ ਨਾਲ ਨਿਮਨ ਕਿਸਾਨੀ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਆਪਣੇ ਨਾਟਕਾਂ ਦਾ ਵਿਸ਼ਾ ਬਣਾਉਂਦਾ ਹੈ। ਤੇ ਜਿਹੜਾ ਡਾਕਟਰ ਆਤਮਜੀਤ ਆ ਉਹ ਸ਼ਹਿਰੀ ਮੱਧ ਸ਼੍ਰੇਣੀ ਨਾਲ ਸੰਬੰਧਿਤ ਆ ਤੇ ਡਾਕਟਰ ਚਰਨਦਾਸ ਸਿੱਧੂ ਇਹ ਦੁਆਬੇ ਦੇ ਬੇਜ਼ਮੀਨੇ ਕਿਸਾਨਾਂ ਬਾਰੇ ਆਪਣੇ ਨਾਟਕਾਂ ਦੇ ਵਿਸ਼ੇ ਲੈਂਦਾ ਹੈ। ਸਿੱਧੂ ਨੇ ਆਪਣਾ ਵਿਦਿਅਕ ਸਫ਼ਰ ਖਾਲਸਾ ਹਾਈ ਸਕੂਲ ਬੱਡੋ ਜ਼ਿਲ੍ਹਾ ਹੁਸ਼ਿਆਰਪੁਰ ਤੋਂ 10ਵੀਂ ਪਾਸ ਕਰਕੇ ਸ਼ੁਰੂ ਕੀਤਾ ਸੀ। ਇਸ ਤੋਂ ਅੱਗੇ ਆਪਾਂ ਕਰ ਲਿਆ ਸੀ। ਤੇ ਡਾਕਟਰ ਸਿੱਧੂ ਦੇ ਨਾਟਕ ਭਗਤ ਸਿੰਘ ਸ਼ਹੀਦ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਣ ਨਾਲ ਸਿੱਧੂ ਦਾ ਕੱਦ ਬਤੌਰ ਨਾਟਕਕਾਰ ਹੋਰ ਉੱਚਾ ਹੋਇਆ ਅਤੇ ਸਾਹਿਤ ਪ੍ਰਤੀ ਉਸ ਦੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਵੀ ਵਧੀ ਹੈ। ਇਸ ਤੋਂ ਅੱਗੇ ਡਾਕਟਰ ਚਰਨਦਾਸ ਸਿੱਧੂ ਇੱਕ ਨਾਟਕ ਲੇਖਕ, ਨਿਰਦੇਸ਼ਕ, ਕਲਾਕਾਰ ਅਤੇ ਆਲੋਚਕ ਹੈ ਜਿਸ ਦਾ ਸਾਰਾ ਹੀ ਪਰਿਵਾਰ ਨਾਟਕ ਕਲਾ ਅਤੇ ਨਾਟਕ ਸਿਰਜਣਾ ਨੂੰ ਸਮਰਪਿਤ ਹੈ। ਸਿੱਧੂ ਦੀ ਨਾਟ ਰਚਨਾ ਕੋਈ ਸਹਿਜ ਵਰਤਾਰਾ ਨਹੀਂ ਸਗੋਂ ਚੇਤਨ ਪੱਧਰ 'ਤੇ ਚੁਣੀ ਗਈ ਇੱਕ ਅਜਿਹੀ ਸਾਹਿਤਿਕ ਵਿਧਾ ਹੈ ਜਿਸ ਰਾਹੀਂ ਸਧਾਰਨ ਪਾਠਕ ਅਤੇ ਬੁੱਧੀਜੀਵੀ ਵਰਗ ਨਾਲ ਸੰਬੰਧਿਤ ਲੋਕਾਂ ਨੂੰ ਇੱਕੋ ਇੱਕ ਸਮੇਂ ਟੁੰਬਣ ਦੀ ਕੋਸ਼ਿਸ਼ ਕਰਦਾ ਹੈ। ਤੇ ਸਿੱਧੂ ਦੇ ਜਿਹੜੇ ਨਾਟਕ ਸਿਰਜਣਾ ਪਿੱਛੇ ਸਿੱਧੂ ਦਾ ਗੰਭੀਰ ਮਨੋਰਥ ਛੁਪਿਆ ਜਾਪਦਾ ਹੈ। ਉਹ ਆਪਣੀ ਨਾਟਕਾਂ ਰਾਹੀਂ ਸਮੁੱਚੇ ਸਮਾਜ ਨੂੰ ਖਾਸ ਕਰਕੇ ਕੀ ਆ ਦੱਬੀਆਂ ਕੁਚਲੀਆਂ ਸ਼੍ਰੇਣੀਆਂ ਨੂੰ ਇੱਕ ਨਵਾਂ ਜੀਵਨ ਤੇ ਇੱਕ ਨਵੀਂ ਦ੍ਰਿਸ਼ਟੀ ਪ੍ਰਦਾਨ ਕਰਨੀ ਚਾਹੁੰਦਾ ਹੈ। ਮਤਲਬ ਉਹਦੇ ਨਾਟਕਾਂ ਦੇ ਵਿੱਚ ਦੱਬੇ ਕੁਚਲੇ ਵਰਗਾਂ ਨੂੰ ਆਪਣੇ ਹੱਕਾਂ ਦੇ ਲਈ ਲੜਨ ਦੇ ਲਈ ਕੀ ਆ ਸੁਚੇਤ ਕਰਦਾ ਆਪਣੇ ਨਾਟਕਾਂ ਦੇ ਰਾਹੀਂ। ਉਸ ਦੇ ਨਾਟਕਾਂ ਵਿੱਚ ਸਮੁੱਚੇ ਅਧਿਆਪਨ ਜੀਵਨ ਦਾ ਤਜਰਬਾ ਵਿਅਕਤੀਗਤ, ਸਮਾਜਿਕ, ਰਾਜਨੀਤਿਕ, ਧਾਰਮਿਕ ਤੇ ਆਰਥਿਕ ਦ੍ਰਿਸ਼ਟੀ ਪ੍ਰਵਾਹਮਾਨ ਹੁੰਦੀ ਨਜ਼ਰ ਆਉਂਦੀ ਹੈ। ਉਸਨੇ ਬਚਪਨ ਵਿੱਚ ਆਪਣਾ ਪਿੰਡ ਭਾਮ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਨਕਲਾਂ, ਰਾਸ ਲੀਲਾ, ਰਾਮਲੀਲਾ, ਗੁੱਗਾ ਅਤੇ ਡਰਾਮੇ ਦੇਖੇ। ਇਸ ਤਰ੍ਹਾਂ ਪੱਛਮੀ ਅਤੇ ਭਾਰਤੀ ਨਾਟ ਪਰੰਪਰਾ ਦੇ ਲੋਕ ਨਾਟ ਚੇਤਨਾ ਦਾ ਮੇਲ ਉਸ ਦੇ ਨਾਟਕਾਂ ਵਿੱਚ ਕਲਾਤਮਕ ਨਿਭਾਅ ਪਸਾਰ ਦਾ ਆਧਾਰ ਬਣਿਆ ਜਿਸ ਨੂੰ ਅਸੀਂ ਸਿੱਧੂ ਦੀ ਨਵੀਨ ਯਥਾਰਥਵਾਦੀ ਨਾਟ ਸ਼ੈਲੀ ਦਾ ਨਾਮ ਦਿੱਤਾ ਹੈ। ਸਿੱਧੂ ਨੇ ਮੁੱਖ ਤੌਰ 'ਤੇ ਕੀ ਹੈ ਬੇਜ਼ਮੀਨੇ, ਸੇਪੀ, ਮਜ਼ਦੂਰ, ਅੰਬਾਂ ਦੇ ਪਾਲੀ, ਅੰਧ ਵਿਸ਼ਵਾਸਾਂ ਵਿੱਚ ਫਸੇ, ਗੁੱਗੇ ਦੇ ਪੁਜਾਰੀ, ਫੈਕਟਰੀ ਮਜ਼ਦੂਰਾਂ, ਸਮਾਜਿਕ ਤੌਰ 'ਤੇ ਅਣਗੌਲੀਆਂ ਤੇ ਕਥਿਤ ਨੀਵੀਆਂ ਜਾਤਾਂ ਨਾਲ ਸੰਬੰਧਿਤ ਲੋਕਾਂ ਦੇ ਜੀਵਨ ਦੀਆਂ ਸਮੱਸਿਆਵਾਂ, ਸਮਕਾਲੀਨ ਵਿਦਿਅਕ, ਇਤਿਹਾਸਿਕ, ਮਿਥਿਹਾਸਿਕ, ਰਾਜਨੀਤਿਕ ਅਤੇ ਧਾਰਮਿਕ ਸਮੱਸਿਆਵਾਂ ਨੂੰ ਪੇਸ਼ ਕਰਦਾ ਹੈ। ਇਹ ਸਾਰੇ ਕੀ ਉਹਦੇ ਨਾਟਕਾਂ ਦੇ ਵਿਸ਼ੇ ਆ। ਉਸ ਤੋਂ ਬਾਅਦ ਉਹ ਜਗੀਰਦਾਰਾਂ, ਰਾਜਨੀਤਿਕਾਂ ਤੇ ਧਾਰਮਿਕ ਦੰਭੀਆਂ ਦੀਆਂ ਕੂਟਨੀਤਿਕ ਚਾਲਾਂ ਦਾ ਸ਼ਿਕਾਰ ਹੋਏ ਭੋਲੇ ਭਾਲੇ ਅਨਪੜ੍ਹ ਸਮਾਜਿਕ ਤੇ ਧਾਰਮਿਕ ਤੌਰ 'ਤੇ ਦੱਬੇ ਅਣਖਹੀਨਤਾ ਭਰੇ ਲੋਕਾਂ ਵਿੱਚ ਅਣਖ ਭਰ ਕੇ ਜ਼ੁਲਮ ਖਿਲਾਫ ਡਟ ਕੇ ਖਲੋਣ ਦੀ ਹਿੰਮਤ ਅਤੇ ਪ੍ਰੇਰਨਾ ਚਾਹੁੰਦਾ ਹੈ। ਜਿੱਥੇ ਉਹਨੇ ਆਪਣੇ ਨਾਟਕਾਂ ਵਿੱਚ ਦੱਬੇ ਕੁਚਲੇ ਲੋਕਾਂ ਬਾਰੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਪੇਸ਼ ਕਰਦਾ ਨਾਲ ਉਹਨਾਂ ਨੂੰ ਆਪਣੇ ਹੱਕਾਂ ਦੇ ਲਈ ਲੜਨ ਦੇ ਲਈ ਕੀ ਆ ਸੁਚੇਤ ਵੀ ਕਰਦਾ ਹੈ।
ਇਸ ਤੋਂ ਬਾਅਦ ਅੱਗੇ ਪ੍ਰਸ਼ਨ ਆਉਂਦਾ ਹੈ ਕਿ ਸਿੱਧੂ ਦੇ ਨਾਟਕ ਕਿਸ ਤਰ੍ਹਾਂ ਦੇ ਆ। ਤਾਂ ਸਿੱਧੂ ਦੇ ਨਾਟਕ ਹੈਗੇ ਆ ਪਾਤਰ ਪ੍ਰਧਾਨ ਨਾਟਕ। ਇੰਦੂਮਤੀ ਸੱਤਿਆਦੇਵ ਜਿਹੜਾ ਉਹਦਾ ਨਾਟਕ ਆ, ਇਹ ਪੰਜਾਬੀ ਦਾ ਕਲਾਸੀਕਲ ਪੱਧਰ ਦਾ ਨਾਟਕ ਆ, ਜਿਸ ਵਿੱਚ 2800 ਸਾਲ ਪੁਰਾਣੀ ਆਦਿਵਾਸੀਆਂ ਤੇ ਆਰੀਆਂ ਦੀ ਸਮੱਸਿਆਵਾਂ ਨੂੰ ਵਰਤਮਾਨ, ਭੂਤ ਤੇ ਭਵਿੱਖ ਦੇ ਪ੍ਰਸੰਗ ਵਿੱਚ ਪੇਸ਼ ਕੀਤਾ ਹੈ। ਤੇ ਦੋਵੇਂ ਕੌਮਾਂ ਆਪਣੇ ਹਿੱਤਾਂ ਦੀ ਰਾਖੀ ਲਈ ਛਲਕਪਟ ਦੇ ਹਥਿਆਰਾਂ ਨਾਲ ਇੱਕ ਦੂਸਰੇ ਦੀਆਂ ਦੁਸ਼ਮਣ ਬਣ ਰਹੀਆਂ ਨੇ। ਸੱਤਿਆਦੇਵ ਕੋਲ ਰਾਜ ਭਾਗ ਦਾ ਤਿਆਗ ਕਰਵਾ ਕੇ ਮਹਾਨ ਨਾਇਕ ਦੇ ਰੂਪ ਵਿੱਚ ਪੇਸ਼ ਕਰਕੇ ਰਾਜ ਅਤੇ ਤਾਕਤ ਦੀ ਪ੍ਰਾਪਤੀ ਉੱਪਰ ਸਿੱਧੂ ਨੇ ਇੱਕ ਪ੍ਰਸ਼ਨ ਚਿੰਨ੍ਹ ਲਟਕਾ ਦਿੱਤਾ ਹੈ। ਇਹ ਸਾਰੇ ਨਾਟਕਾਂ ਦੇ ਤੁਹਾਨੂੰ ਕੀ ਆ ਵਿਸ਼ੇ ਵੀ ਪਤਾ ਹੋਣੇ ਚਾਹੀਦੇ ਆ। ਕਈ ਵਾਰ ਇਸ ਤਰ੍ਹਾਂ ਦਾ ਪ੍ਰਸ਼ਨ ਆ ਜਾਂਦਾ ਹੈ ਵੀ ਇਸ ਨਾਟਕ ਦਾ ਵਿਸ਼ਾ ਕੀ ਹੈ। ਸੁਆਮੀ ਜੀ ਨਾਟਕ ਜਿਹੜਾ ਅੱਗੇ ਡਾਕਟਰ ਚਰਨਦਾਸ ਸਿੱਧੂ ਦਾ ਮੁੱਖ ਪਾਤਰ ਹੈਗਾ ਸ਼ੰਕਰ, ਵੀ ਨਕਲੀ ਸਾਧੂ ਤੋਂ ਅਸਲੀ ਸਾਧੂ ਵਿੱਚ ਤਬਦੀਲ ਹੁੰਦਾ ਸੱਤਿਆਦੇਵ ਵਾਂਗ ਹੀ, ਤੇ ਸਰਬੱਤ ਦਾ ਹੀ ਭਲਾ ਚਾਹੁੰਦਾ ਹੈ। ਉਸ ਤੋਂ ਬਾਅਦ ਮਸਤ ਮੋਗੇ ਵਾਲੀਆ, ਇਹਦੇ ਵਿੱਚ ਸੱਤਿਆਦੇਵ ਵਾਂਗ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਲੋਕਾਂ ਨੂੰ ਇਕੱਠੇ ਕਰਕੇ ਜਗੀਰਦਾਰਾਂ ਦੇ ਜ਼ੁਲਮ ਵਿਰੁੱਧ ਸੰਘਰਸ਼ ਕਰਨ ਲਈ ਤਿਆਰ ਕਰਦਾ ਹੋਇਆ ਸ਼ਹੀਦ ਹੋ ਜਾਂਦਾ ਹੈ। ਇਸ ਤੋਂ ਬਾਅਦ ਨੀਨਾ ਮਹਾਵੀਰ ਆਪਣੇ ਤਾਏ ਦੀ ਕੱਟੜਵਾਦੀ ਧਾਰਮਿਕ ਕੂਟਨੀਤੀ ਤੋਂ ਬਚ ਕੇ ਉਸ ਨੂੰ ਪੈਰਾਂ ਵਿੱਚ ਰੋਲ ਕੇ ਅਣਖ ਭਰੀ ਆਜ਼ਾਦ ਜ਼ਿੰਦਗੀ ਜਿਉਣਾ ਸ਼ੁਰੂ ਕਰ ਦਿੰਦੀ ਹੈ, ਤੇ ਉਹ ਨੀਨਾ ਤੋਂ ਸੰਗੀਤਾ ਵਾਲੀ ਚੇਤਨਸ਼ੀਲ ਪ੍ਰਵਿਰਤੀ ਵੱਲ ਵਿਕਾਸ ਕਰ ਜਾਂਦੀ ਹੈ। ਉਸ ਤੋਂ ਬਾਅਦ ਉਹ ਜਿਹੜਾ ਹੁੰਦਾ ਚੰਨੋ ਬਾਜੀਗਰਨੀ ਨਾਟਕ ਆ, ਚੰਨੋ ਚਾਮਚੜਿਕ ਤੋਂ ਸ਼ੇਰਨੀ ਬਣ ਕੇ ਆਪਣੇ ਸ਼ੋਸ਼ਣ ਕਰਨ ਵਾਲੇ ਰਾਜੀਵ ਕਟੋਚ ਦਾ ਖੂਨ ਕਰਕੇ ਬਾਜੀਗਰ ਬਰਾਦਰੀ ਦਾ ਨਾਮ ਉੱਚਾ ਕਰਦੀ ਹੈ। ਉਸ ਤੋਂ ਬਾਅਦ ਅੱਗੇ ਉਹਦਾ ਨਾਟਕ ਹੈਗਾ ਜਿਹੜਾ ਜੀਤਾ ਫਾਹੇ ਲੱਗਣਾ, ਵਿੱਚ ਜਿਹੜਾ ਜੀਤਾ ਆਪਣੀ ਭੈਣ ਤੇ ਪਤਨੀ ਦਾ ਸ਼ੋਸ਼ਣ ਕਰਨ ਵਾਲੇ ਜਗੀਰਦਾਰੀ ਸ਼ਿੰਗਾਰੇ ਪੁਲਿਸ ਸਿਪਾਹੀ ਤੇ ਥਾਣੇਦਾਰ ਦਾ ਕਤਲ ਕਰਕੇ ਅਣਖ ਨਾਲ ਫਾਹੇ ਲੱਗ ਕੇ ਆਪਣੇ ਪੁੱਤਰ ਦੇ ਰੂਪ ਵਿੱਚ ਨਵਾਂ ਜਨਮ ਲੈਂਦਾ ਹੈ। ਇਸੇ ਤਰ੍ਹਾਂ ਹੀ ਜਿਹੜਾ ਉਹਦਾ ਨਾਟਕ ਹੈਗਾ ਬਾਬਾ ਬੰਤੂ, ਬਿਹਾਰੀ ਆਪਣੇ ਪਿਓ ਨੂੰ ਵੰਗਾਰਦਾ ਹੋਇਆ ਸਰਬਨ ਤੋਂ ਆਪਣੇ ਪਰਿਵਾਰ ਨਾਲ ਕੀਤੀਆਂ ਵਧੀਕੀਆਂ ਦਾ ਬਦਲਾ ਲੈਣਾ ਚਾਹੁੰਦਾ ਹੈ। ਬੰਤੂ ਤੋਂ ਬਿਹਾਰੀ ਬਣ ਕੇ ਬੰਤੂ ਸੱਪ ਲੜਾ ਕੇ ਸਰਬਨ ਦੇ ਜ਼ੁਲਮ ਦਾ ਅੰਤ ਕਰ ਦਿੰਦਾ ਹੈ। ਇਸ ਤਰ੍ਹਾਂ ਡਾਕਟਰ ਚਰਨਦਾਸ ਸਿੱਧੂ ਦੇ ਹਰ ਨਾਟਕ ਦੇ ਵਿੱਚ ਹੀ ਪਹਿਲਾਂ ਜਗੀਰਦਾਰੀ ਸਮਾਜ ਦੀ, ਉਹਨਾਂ ਦੀ ਲੁੱਟ ਦੀ, ਉਹਨਾਂ ਦੇ ਜ਼ੁਲਮਾਂ ਦਾ ਵਰਣਨ ਕੀਤਾ, ਤੇ ਉਸ ਤੋਂ ਬਾਅਦ ਜਿਹੜਾ ਨਿਮਨ ਵਰਗ ਆ ਉਹਨਾਂ ਵਿੱਚ ਬਦਲੇ ਦੀ ਭਾਵਨਾ ਨੂੰ ਪੇਸ਼ ਕਰਦਾ ਹੈ ਡਾਕਟਰ ਚਰਨਦਾਸ ਸਿੱਧੂ। ਇਸ ਤੋਂ ਅੱਗੇ ਡਾਕਟਰ ਚਰਨਦਾਸ ਸਿੱਧੂ ਦਾ ਨਾਟਕ ਆ ਅਮਾਨਤ ਦੀ ਲਾਠੀ। ਇਹ ਇੱਕ ਪਰਿਵਾਰਿਕ ਦੁਖਾਂਤ ਹੈ। ਜਾਵੇਦ ਆਪਣੇ ਭੈਣਾਂ ਭਰਾਵਾਂ ਦਾ ਸ਼ੋਸ਼ਣ ਕਰਕੇ ਪੜ੍ਹਦਾ ਹੈ, ਪਰ ਬਾਅਦ ਵਿੱਚ ਕੀ ਉਹਨਾਂ ਦੀ ਆਰਥਿਕ ਸਹਾਇਤਾ ਕਰਨ ਤੋਂ ਇਨਕਾਰ ਕਰ ਦਿੰਦਾ, ਤੇ ਦੋਹਾਂ ਧਿਰਾਂ ਦੀਆਂ ਆਪਣੀਆਂ ਆਪਣੀਆਂ ਮਜਬੂਰੀਆਂ ਹਨ। ਉਸ ਤੋਂ ਅੱਗੇ ਪੰਜ ਖੂਹ ਵਾਲੇ, ਇਹ ਜ਼ਮੀਨ ਵੰਡ ਤੋਂ ਆਪਸ ਵਿੱਚ ਲੜ ਕੇ ਮਰਦੇ ਧਰਮ ਨੂੰ ਆਪਣੇ ਅਰਥਾਂ ਵਿੱਚ ਵਰਤਦੇ ਨੇ। ਤੇ ਭਾਈਆ ਹਾਕਮ ਸਿਉ ਨਾਟਕ ਜਿਹੜਾ ਇਹ ਪੰਜਾਬ ਦੇ ਇਕੰਤਵਾਦ ਦੇ ਸਮੇਂ ਨਾਲ ਸੰਬੰਧਿਤ ਦੁਖਾਂਤ ਹੈ। ਭਜਨੋ ਆਪਣੇ ਬੱਚਿਆਂ ਦੇ ਭਵਿੱਖ ਲਈ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੰਦੀ ਹੈ। ਤੇ ਮੰਗੂ ਤੇ ਬਿੱਕਰ ਨਾਟਕ ਵਿੱਚ ਇਹ ਕੀ ਹੈ, ਸਮਾਜਿਕ ਪਰਿਵਾਰਿਕ ਰਿਸ਼ਤਿਆਂ ਦੀ ਟੁੱਟ ਰਹੀ ਤੰਦ ਦੀ ਦਾਸਤਾਨ ਹੈ। ਤੇ ਬਾਬਾ ਬੰਤੂ ਜਿਹੜਾ ਇਹ ਕੀ ਹੈ, ਜਗੀਰਦਾਰਾਂ ਹੱਥੋਂ ਦੁਖੀ ਪਰਿਵਾਰਾਂ ਦੀ ਕਹਾਣੀ ਹੈ। ਅਗਲਾ ਨਾਟਕ ਹੁੰਦਾ ਹੈਗਾ ਕੱਲ ਕਾਲਜ ਬੰਦ ਰਹੇਗਾ, ਤੇ ਲੇਖੂ ਕਰੇ ਕਵੱਲੀਆਂ ਇੱਕ ਲਵਿਆ ਬੋਲਿਆ ਸਕੂਲਾਂ ਕਾਲਜਾਂ ਦੇ ਅਧਿਆਪਕਾਂ ਪ੍ਰਬੰਧਕਾਂ ਵਿਦਿਆਰਥੀਆਂ ਵਿਚਲੀ ਨੈਤਿਕ ਗਿਰਾਵਟ ਦਾ ਵਰਣਨ ਹੈ। ਤੇ ਜਿਹੜੀ ਵਿਦਿਆਰਥੀਆਂ ਤੇ ਅਧਿਆਪਕਾਂ ਵਿੱਚ ਆਈ ਨੈਤਿਕ ਗਿਰਾਵਟ ਆ ਉਹਨੂੰ ਇਹ ਡਾਕਟਰ ਚਰਨਦਾਸ ਸਿੱਧੂ ਬੜੀ ਹੀ ਦਲੇਰੀ ਦੇ ਨਾਲ ਪੇਸ਼ ਕਰਦਾ ਹੈ। ਉਸ ਤੋਂ ਬਾਅਦ ਭਗਤ ਸਿੰਘ ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ ਸੰਬੰਧਿਤ ਮਹੱਤਵਪੂਰਨ 3 ਪੜਾਵਾਂ ਦੇ ਵਿੱਚ ਪੇਸ਼ ਕਰਦਾ ਹੈ। ਸ਼ੇਕਸਪੀਅਰ ਦੀ ਧੀ ਕਲਾ ਨੂੰ ਸਮਰਪਿਤ ਆਪਣੇ ਪੈਰਾਂ 'ਤੇ ਖੜੇ ਹੋਣ ਦੀ ਜੁਗਤ ਹੈ। ਤੇ ਪ੍ਰੇਮ ਪਿਕਾਸੋ ਦੀ ਸਰੋਜ ਦੂਸਰੇ 'ਤੇ ਨਿਰਭਰ ਸਵਾਰਥੀ ਔਰਤ ਹੈ। ਬਾਤ ਫੱਤੂ ਝੀਰ ਦੀ ਨਾਟਕ ਦਾ ਜਿਹੜਾ ਸੁਖਦੇਵ ਵੀ ਸਰੋਜ ਵਾਂਗ ਦੂਸਰਿਆਂ ਦੇ ਆਸਰੇ ਅਮੀਰ ਹੋਣ ਦੀ ਕੋਸ਼ਿਸ਼ ਕਰਦਾ ਹੈ, ਤੇ ਉਸੇ ਹੀ ਖੂਹ ਵਿੱਚ ਡੱਡੂ ਬਣਿਆ ਰਹਿੰਦਾ ਹੈ। ਪੂਨਮ ਦੇ ਬਛੂਏ ਨਾਟਕ ਵਿੱਚ ਪੂਨਮ ਜੀਵਨ ਦੇ ਹਰ ਖੇਤਰ ਵਿੱਚ ਆਪਣੀ ਹਿੰਮਤ ਨਾਲ ਕਾਮਯਾਬ ਹੁੰਦੀ ਹੈ।
ਇਸ ਤੋਂ ਅੱਗੇ ਸਿੱਧੂ ਦੇ ਨਾਟਕਾਂ ਦੇ ਪਾਤਰਾਂ ਦੀ ਗੱਲ ਕਰੀਏ ਤਾਂ ਸਿੱਧੂ ਦੇ ਨਾਟਕਾਂ ਦੀ ਇੱਕ ਕਮਜ਼ੋਰੀ ਹੈ ਕਿ ਉਹ ਪਾਤਰ ਜਿਹੜੇ ਉਸ ਦੇ ਨਾਟਕਾਂ ਦੇ ਉਹ ਕੀ ਆ, ਚਪਟੇ ਪਾਤਰ ਆ। ਉਹ ਨਾਟਕ ਵਿੱਚ ਦੋ ਧਿਰਾਂ ਦੀ ਟੱਕਰ ਪੇਸ਼ ਕਰਨ ਲਈ ਪਾਤਰਾਂ ਨੂੰ ਕਈ ਵਾਰੀ ਅੱਤ ਦੇ ਜ਼ਾਲਮ ਤੇ ਅੱਤ ਦੇ ਕਮਜ਼ੋਰ ਬਣਾ ਲੈਂਦਾ ਹੈ, ਜਿਸ ਕਰਕੇ ਇੱਕ ਧਿਰ ਨਾਲ ਨਫ਼ਰਤ ਤੇ ਦੂਸਰੇ ਧਿਰ ਨਾਲ ਹਮਦਰਦੀ ਦੀ ਭਾਵਨਾ ਸਹਿਜ ਸੁਭਾਅ ਜੁੜਨ ਦੀ ਬਜਾਏ ਸਿੱਧੂ ਧੱਕੇ ਨਾਲ ਅਜਿਹੀਆਂ ਘਟਨਾਵਾਂ ਪੇਸ਼ ਕਰਦਾ ਹੈ ਕਿ ਦੁਖੀ ਪਾਤਰ ਹੋਰ ਦੁਖੀ ਹੁੰਦਾ ਹੈ ਤੇ ਜ਼ਾਲਮ ਹੋਰ ਜ਼ੁਲਮ ਕਰਦਾ ਹੈ। ਇਸ ਤੋਂ ਅੱਗੇ ਜਿਹੜੇ ਸਿੱਧੂ ਦੇ ਨਾਟਕਾਂ ਦੀ ਬੋਲੀ ਬਾਰੇ ਗੱਲ ਕਰੀਏ, ਪੇਂਡੂ ਅਨਪੜ੍ਹ ਲੋੜਾਂ ਤੇ ਥੋੜ੍ਹਾ ਮਾਰੇ ਪਾਤਰਾਂ ਦੀ ਬੋਲੀ ਪ੍ਰਕਿਰਤਕ ਪੱਧਰ 'ਤੇ ਵਰਤਦਾ ਹੋਇਆ ਸਿੱਧੂ ਅਸ਼ਲੀਲਤਾ ਨੂੰ ਅਣਗੌਲਿਆ ਕਰ ਜਾਂਦਾ ਹੈ, ਜੋ ਉਸ ਦੀ ਨਾਟਕੀ ਕਲਾ ਦੀ ਕੀ ਆ, ਕਮਜ਼ੋਰੀ ਮੰਨੀ ਜਾਂਦੀ ਹੈ। ਸਿੱਧੂ ਕਈ ਵਾਰੀ ਮੰਚ ਉੱਪਰ ਅਜਿਹੇ ਦ੍ਰਿਸ਼ ਪੇਸ਼ ਕਰ ਦਿੰਦਾ ਹੈ ਜਿਨ੍ਹਾਂ ਤੋਂ ਸਧਾਰਨ ਦਰਸ਼ਕ ਨੂੰ ਵੀ ਸ਼ਰਮ ਤੇ ਝਿਜਕ ਮਹਿਸੂਸ ਹੁੰਦੀ ਹੈ। ਸਿੱਧੂ ਇਹ ਭੁੱਲ ਜਾਂਦਾ ਹੈ ਕਿ ਨਾਟਕ ਹੈ, ਅਸਲੀ ਜੀਵਨ ਨਹੀਂ। ਸਿੱਧੂ ਨੂੰ ਅਜਿਹੇ ਦ੍ਰਿਸ਼ਾਂ ਨੂੰ ਪੇਸ਼ ਕਰਨ ਤੋਂ ਸੰਕੋਚ ਕਰਨਾ ਚਾਹੀਦਾ ਹੈ ਤੇ ਸੰਕੇਤਕ ਭਾਸ਼ਾ ਜਾਂ ਦ੍ਰਿਸ਼ਾਂ ਦੀ ਸਿਰਜਣਾ ਕਰਨੀ ਉਸ ਦੀ ਕੀ ਆ, ਕਲਾਤਮਕਤਾ ਦੀ ਘਾਟ ਹੈ। ਇਹ ਸੀ ਡਾਕਟਰ ਚਰਨਦਾਸ ਸਿੱਧੂ ਬਾਰੇ, ਉਹਦੇ ਨਾਟਕਾਂ ਬਾਰੇ ਆਪਾਂ ਗੱਲ ਕੀਤੀ। ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ। ਥੈਂਕ ਯੂ।